ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸੋ ਦੋਸਤੋ ਆਪਾਂ ਗੱਲ ਕਰ ਰਹੇ ਸੀ IMF ਬਾਰੇ। IMF ਇੰਟਰਨੈਸ਼ਨਲ ਮੋਨੇਟਰੀ ਫੰਡ ਜਿਹੜੀ ਸੰਸਥਾ ਹੈ, ਇਹ ਇਸ ਦਾ ਜਿਹੜਾ ਮੁੱਖ ਦਫ਼ਤਰ ਹੈ ਵਾਸ਼ਿੰਗਟਨ DC ਅਮਰੀਕਾ ਦੇ ਵਿੱਚ ਹੈ ਔਰ ਲਗਭਗ 190 ਦੇਸ਼ ਇਸ ਦੇ ਮੈਂਬਰ ਨੇ। 1944 ਚ ਇਸ ਸੰਸਥਾ ਦੀ ਸਥਾਪਨਾ ਹੋਈ। ਸੋ ਹੌਲੀ ਹੌਲੀ ਇਸ ਦੇ ਮੈਂਬਰ ਵੱਧਦੇ ਗਏ। ਇਸ ਵਕਤ ਲਗਭਗ ਦੁਨੀਆ ਭਰ ਦੇ 190 ਦੇਸ਼ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ, ਇਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਸੋ ਇਹ ਸੰਸਥਾ ਦਾ ਕੰਮ ਕੀ ਹੈ? ਇਹ ਸੰਸਥਾ ਮੇਨਲੀ ਇਹ ਦੇਖਦੀ ਹੈ ਕਿ ਜਿਹੜੇ ਫਾਈਨੈਂਸ਼ੀਅਲ ਟ੍ਰਾਂਸੈਕਸ਼ਨਸ ਨੇ ਦੇਸ਼ਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ, ਉਹ ਇਸ ਸਹੀ ਢੰਗ ਨਾਲ ਹੋ ਰਹੀਆਂ ਨੇ। ਇਹ ਸੰਸਥਾ ਇਹ ਵੀ ਕਹਿੰਦੀ ਹੈ ਕਿ ਜਿਹੜੇ ਪ੍ਰਗਤੀਸ਼ੀਲ ਦੇਸ਼ ਨੇ, ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ, ਜਿਹੜੀਆਂ ਕਿ ਅੰਡਰ ਡਿਵੈਲਪ ਕੰਟਰੀ, ਉਹਨਾਂ ਦੇ ਜਿਹੜੀ ਇਕਨੋਮਿਕ ਸਥਿਤੀ ਹੈ ਉਸ 'ਤੇ ਨਜ਼ਰ ਰੱਖਦੀ ਹੈ ਔਰ ਉਸ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰਦੀ ਹੈ। ਲਗਭਗ IMF ਅਤੇ ਉਸ ਦੇ ਨਾਲ ਹੀ ਵਰਲਡ ਬੈਂਕ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਹ ਤਿੰਨ ਅਜਿਹੀਆਂ ਵਿਸ਼ਵ ਭਰ ਦੀਆਂ ਸੰਸਥਾਵਾਂ ਨੇ ਵਿਸ਼ਵ ਦੀਆਂ, ਜਿਨ੍ਹਾਂ ਦਾ ਕਿ ਦੇਸ਼ਾਂ ਦੀਆਂ ਆਰਥਿਕ ਨੀਤੀਆਂ 'ਤੇ ਬਹੁਤ ਵੱਡਾ ਅਸਰ ਪੈਂਦਾ ਹੈ ਔਰ ਨਵੀਆਂ ਜਿਹੜੀਆਂ ਆਰਥਿਕ ਨੀਤੀਆਂ ਲਾਗੂ ਹੁੰਦੀਆਂ ਨੇ ਦੇਸ਼ਾਂ 'ਚ, ਉਹ ਬਹੁਤ ਵਾਰ ਇਹਨਾਂ ਸੰਸਥਾਵਾਂ ਵੱਲੋਂ ਕੰਟਰੋਲ ਕੀਤੀਆਂ ਜਾਂਦੀਆਂ ਨੇ। ਸੋ ਇਸੇ ਤਰ੍ਹਾਂ IMF ਨੇ ਜਿਹੜਾ ਭਾਰਤ ਦੇ ਵਿੱਚ ਜਿਹੜੇ 3 ਫਾਰਮ ਬਿੱਲ ਲਾਗੂ ਕੀਤੇ ਨੇ ਭਾਰਤ ਦੀ ਸਰਕਾਰ ਨੇ, ਜਿਨ੍ਹਾਂ 'ਤੇ ਇਸ ਵੇਲੇ ਸੁਪਰੀਮ ਕੋਰਟ ਨੇ ਸਸਪੈਂਡ ਕੀਤੇ ਹੋਏ ਨੇ, ਰੋਕ ਲਾਈ ਹੋਈ ਹੈ, ਉਹਨਾਂ ਬਾਰੇ IMF ਨੇ ਇਹ ਕਿਹਾ ਹੈ, ਉਹਨਾਂ ਦੇ ਬੁਲਾਰੇ ਨੇ ਮਿਸਟਰ ਰਾਈਸ ਨੇ, ਕਿ ਇਹ ਜਿਹੜੇ ਬਿੱਲ ਹੈ ਕਿਸਾਨਾਂ ਲਈ ਲਾਹੇਵੰਦ ਹੋ ਸਕਦੇ ਨੇ, ਖਾਸ ਤੌਰ 'ਤੇ ਜਦੋਂ ਕਿ ਇਹਦੇ ਵਿੱਚ ਫਿਰ ਮਿਡਲਮੈਨ ਉਹ ਨਹੀਂ ਰਹੇਗਾ ਔਰ ਕਿਸਾਨ ਆਪਣੀ ਉਪਜ ਕਿਸੇ ਨੂੰ ਵੀ ਖੁੱਲ੍ਹੀ ਮੰਡੀ ਦੇ ਵਿੱਚ ਵੇਚ ਸਕਦੇ ਨੇ। ਇੱਥੋਂ ਤੱਕ ਕਿ ਜਿਹੜਾ ਵਪਾਰੀ ਹੈ ਉਹ ਕਿਸਾਨਾਂ ਦੇ ਦੁਆਰ 'ਤੇ, ਉਹਨਾਂ ਦੇ ਘਰ 'ਤੇ, ਉਹਨਾਂ ਦੇ ਕੋਲ ਪਹੁੰਚ ਕੇ ਵੀ ਫਸਲ ਖਰੀਦ ਸਕਦਾ ਹੈ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਲਈ ਜਿਹੜੇ ਮੁੱਢਲੇ ਤੌਰ 'ਤੇ ਕਈ ਲੋਕਾਂ ਨੂੰ ਮੁਸ਼ਕਲ ਆ ਸਕਦੀ ਹੈ, ਕਈਆਂ ਲੋਕਾਂ ਦੀਆਂ ਜੌਬਸ ਜਿਹੜੀਆਂ ਹੈ ਉਹ ਜਾ ਸਕਦੀਆਂ ਨੇ, ਕਈਆਂ ਲੋਕਾਂ ਦੇ ਧੰਦਿਆਂ ਨੂੰ ਫਰਕ ਪੈ ਸਕਦਾ ਹੈ। ਉਸ ਦੇ ਲਈ ਉੱਥੇ ਭਾਰਤ ਸਰਕਾਰ ਨੂੰ ਕਦਮ ਉਠਾਉਣੇ ਚਾਹੀਦੇ ਨੇ। ਸੋ ਇਸ ਤਰ੍ਹਾਂ ਦਾ ਬਿਆਨ IMF ਨੇ ਦਿੱਤਾ ਹੈ ਔਰ ਇਸ ਬਿਆਨ ਦੀ ਬਹੁਤ ਵੱਡੀ ਆਲੋਚਨਾ ਕੀਤੀ ਹੈ ਕਿਸਾਨ ਲੀਡਰਾਂ ਨੇ। ਔਰ ਉਸ ਦੇ ਵਿੱਚ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲੀਡਰ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਨੇ ਕਿਹਾ ਕਿ IMF ਦੀ ਜਿਹੜੀ ਨੀਤੀ ਹੈ ਉਹੀ ਭਾਰਤ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ, ਕਿਉਂਕਿ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਹ ਚਾਹੁੰਦੀ ਹੈ ਕਿ ਖੁੱਲ੍ਹਾ ਵਪਾਰ ਗਲੋਬਲਾਈਜੇਸ਼ਨ ਦੇ ਅਧੀਨ ਹੋਵੇ, ਜਿਸ ਨਾਲ ਜਿਹੜੀਆਂ ਵੱਡੀਆਂ ਕਾਰਪੋਰੇਟ ਕੰਪਨੀਆਂ ਹੈ ਉਹਨਾਂ ਨੂੰ ਫਾਇਦਾ ਹੋਵੇ ਤੇ ਅੰਤਰਰਾਸ਼ਟਰੀ ਮੰਡੀ ਬਣੇ ਦੁਨੀਆ ਇੱਕ। ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਨੂੰ ਵੀ ਜਿਹੜੇ ਮੰਡੀਆਂ ਮਿਲਣ, ਉਹਨਾਂ 'ਚ ਜਿਹੜੀ ਉਪਜ ਹੁੰਦੀ ਹੈ ਉਹਨਾਂ ਦੇ ਲਈ, ਕਿਉਂਕਿ ਉਹ ਕਹਿੰਦੇ ਕਿ ਡਿਵੈਲਪਡ ਕੰਟਰੀਜ਼ ਦੇ ਵਿੱਚ ਜਿਹੜੀ ਹੈ ਵਸੋਂ ਘਟ ਰਹੀ ਹੈ ਦਿਨੋਂ ਦਿਨ। ਉਹ ਉੱਥੇ ਜਿਹੜੇ ਲੋਕਾਂ ਦੀ, ਜਿਹੜੇ ਕਿਸਾਨਾਂ ਦੀ ਬਹੁਤ ਵੱਡੀ ਉਪਜ ਹੁੰਦੀ ਹੈ, ਵੱਡੇ ਲੈਂਡ ਨੇ, ਉਹਨਾਂ ਨੂੰ ਕੋਈ ਨਾ ਕੋਈ ਖਰੀਦਦਾਰ ਚਾਹੀਦਾ ਹੈ ਔਰ ਉਹ ਖਰੀਦਦਾਰ ਜਿਹੜੀਆਂ ਇਹ ਡਿਵੈਲਪਿੰਗ ਨੇਸ਼ਨਸ ਬਣ ਸਕਦੀਆਂ ਨੇ, ਜਿੱਥੇ ਆਬਾਦੀ ਵੀ ਜ਼ਿਆਦਾ ਹੈ, ਮੰਗ ਵੀ ਜ਼ਿਆਦਾ ਹੈ। ਪਰ ਭਾਰਤ ਜਿੱਥੇ ਕਿ ਅਨਾਜ ਦੀ ਉਪਜ ਜਿਹੜੀ ਕਿਸਾਨ ਉਹ ਸਰਪਲਸ 'ਚ ਕਰਦੇ ਨੇ ਔਰ ਲੋਕਾਂ ਦੇ ਲਈ ਅਨਾਜ ਉਪਲਬਧ ਹੋ ਸਕਦਾ ਹੈ ਜੇਕਰ ਉੱਥੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਸਹੀ ਢੰਗ ਦੇ ਨਾਲ ਕੰਮ ਕਰੇ। ਜਿਹੜੇ ਲੋਕ, ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਉਹ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ ਔਰ 2 ਵਕਤ ਦੀ ਰੋਟੀ ਵੀ ਉਹਨਾਂ ਨੂੰ ਨਸੀਬ ਨਹੀਂ ਹੁੰਦੀ, ਇੱਥੋਂ ਤੱਕ ਕਿ ਕਈ ਲੋਕ ਭੁੱਖੇ ਢਿੱਡ ਹੀ ਸੌਂਦੇ ਨੇ। ਉਹ ਜੇਕਰ ਅਨਾਜ ਇਹਨਾਂ ਸਰਪਲਸ ਦੇ ਵਿੱਚ ਪਿਆ ਹੈ ਔਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜੇਕਰ ਠੀਕ ਢੰਗ ਨਾਲ ਹੋਵੇ ਤਾਂ ਘੱਟੋ ਘੱਟ ਜਿਹੜੀ ਭੁੱਖਮਰੀ ਦੇ ਨਾਲ ਭਾਰਤ ਦੇ ਵਿੱਚ ਕੋਈ ਨਹੀਂ ਮਰ ਸਕਦਾ। ਬਟ ਜਦੋਂ ਆਪਾਂ ਵਿਸ਼ਵ ਦਾ ਹੰਗਰ ਇੰਡੈਕਸ ਦੇਖਦੇ ਹਾਂ ਤਾਂ ਭਾਰਤ ਉੱਥੇ ਪਹਿਲੇ ਪਾਏਦਾਨਾਂ ਦੇ ਵਿੱਚ ਹੀ ਆਉਂਦਾ ਹੈ, ਭਾਰਤ ਦਾ ਨੰਬਰ, ਕਿਉਂਕਿ ਉੱਥੇ ਹਜੇ ਵੀ ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਨੇ। ਸੋ ਇਸ ਕਰਕੇ ਜੇਕਰ IMF ਇਹ ਕਹਿ ਰਹੀ ਹੈ ਕਿ ਇਹ ਜਿਹੜੇ ਲਾ ਉਹ ਕਿਸਾਨਾਂ ਦੇ ਲਈ ਲਾਹੇਵੰਦ ਹੋ ਸਕਦੇ ਨੇ, ਤਾਂ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਨੇ ਕਿ ਇਹ ਸਿਰਫ ਇੱਕ ਗਲੋਬਲਾਈਜੇਸ਼ਨ ਦਾ ਪੈਂਤੜਾ ਹੈ ਔਰ ਭਾਰਤ ਸਰਕਾਰ ਖੁਦ ਹੀ ਉਹਨਾਂ ਨੀਤੀਆਂ ਨੂੰ, WTO ਦੀਆਂ ਚਾਹੇ ਨੀਤੀਆਂ ਨੇ, ਚਾਹੇ IMF ਦੀਆਂ ਔਰ ਵਰਲਡ ਬੈਂਕ ਤੋਂ ਇਸ ਵੇਲੇ ਭਾਰਤ ਸਰਕਾਰ ਨੇ ਬਹੁਤ ਵੱਡਾ ਕਰਜ਼ਾ ਲੋਨ ਲਿਆ ਹੋਇਆ ਹੈ, ਇਸ ਕਰਕੇ ਮਜਬੂਰੀ ਹੈ ਉਹਨਾਂ ਦੀ ਕਿ ਉਹਨਾਂ ਨੀਤੀਆਂ ਨੂੰ ਲਾਗੂ ਕਰਨਾ। ਸੋ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਇਹ ਕੇਵਲ ਅੰਬਾਨੀ, ਅਡਾਨੀ ਜਾਂ ਹੋਰ ਜਿਹੜੇ ਕਾਰਪੋਰੇਟ ਘਰਾਣੇ, ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਹੀ ਇਹ ਇਕੱਲੇ ਲਾ ਨਹੀਂ, ਨਾਲ ਦੀ ਨਾਲ ਜਿਹੜੀਆਂ ਅੰਤਰਰਾਸ਼ਟਰੀ ਮੁਦਰਾ ਸੰਸਥਾਵਾਂ ਨੇ ਉਹਨਾਂ ਦੀਆਂ ਨੀਤੀਆਂ ਨੂੰ ਇੰਪਲੀਮੈਂਟ ਕਰਨ ਦਾ ਵੀ ਇੱਕ ਤਰੀਕਾ ਹੈ ਭਾਰਤ ਸਰਕਾਰ ਵੱਲੋਂ। ਇਸ ਲਈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਖਾਸ ਤੌਰ 'ਤੇ 19 ਜਨਵਰੀ ਨੂੰ ਉਹਨਾਂ ਨੇ ਕਿਹਾ ਕਿ ਅਸੀਂ IMF ਤੇ ਜਿਹੜੇ WTO ਦੇ ਪੁਤਲੇ ਵੀ ਸਾੜਾਂਗੇ। ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਸਥਾਨਾਂ 'ਤੇ ਰਹਿ ਕੇ ਉਹ ਇਹਨਾਂ ਸੰਸਥਾਵਾਂ ਦੇ ਪੁਤਲੇ ਬਣਾ ਕੇ ਵੀ ਸਾੜਨ। ਸੋ ਆਪਾਂ ਦੇਖਦੇ ਹਾਂ ਆਪਣੀ ਰਿਪੋਰਟ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜੀ IMF ਦੀ ਰਿਪੋਰਟ ਆਈ ਹੈ ਔਰ ਉਸ ਬਾਰੇ ਕੀ ਪ੍ਰਤੀਕਰਮ ਹੈ ਕਿਸਾਨ ਲੀਡਰਾਂ ਦਾ।
IMF ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਦਿੱਤੇ ਬਿਆਨ ਬਾਰੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਸੰਸਾਰ ਵਪਾਰ ਸੰਸਥਾ ਤੇ ਇੰਟਰਨੈਸ਼ਨਲ ਮੋਨਿਟਰੀ ਫੰਡ ਯਾਨੀ ਕਿ IMF ਦੇ ਦਿੱਲੀ ਮੋਰਚੇ ਸਮੇਤ ਪੰਜਾਬ 'ਚ ਪੁਤਲੇ ਫੂਕੇ ਜਾਣਗੇ। ਜੋਗਿੰਦਰ ਸਿੰਘ ਉਗਰਾਹਾਂ ਨੇ ਸੂਬਾ ਕਮੇਟੀ ਦੀ ਤਰਫੋਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ IMF ਵੱਲੋਂ ਦਿੱਤਾ ਗਿਆ ਬਿਆਨ ਲੋਕਾਂ ਖਿਲਾਫ ਅੜੀ ਖੜੀ ਮੋਦੀ ਹਕੂਮਤ ਨੂੰ ਸਾਮਰਾਜੀਆਂ ਵੱਲੋਂ ਦਿੱਤਾ ਗਿਆ ਥਾਪੜਾ ਹੈ। ਇਸ ਲਈ ਇਹਨਾਂ ਸੰਸਥਾਵਾਂ ਨੂੰ ਵੀ ਕਿਸਾਨ ਰੋਹ ਦੇ ਨਿਸ਼ਾਨੇ ਤੇ ਰੱਖਣਗੇ। ਉਹਨਾਂ ਨਾਲ ਹੀ ਕਿਹਾ ਕਿ IMF ਵੱਲੋਂ ਖੇਤੀ ਕਾਨੂੰਨਾਂ ਦੀ ਕੀਤੀ ਜਾ ਰਹੀ ਵਕਾਲਤ ਦੱਸ ਰਹੀ ਹੈ ਕਿ ਇਹਨਾਂ ਕਾਨੂੰਨਾਂ ਪਿੱਛੇ ਸਿਰਫ ਅੰਬਾਨੀ ਤੇ ਅਡਾਨੀ ਵਰਗੇ ਦੇਸੀ ਕਾਰਪੋਰੇਟ ਘਰਾਣੇ ਹੀ ਨਹੀਂ ਹਨ, ਸਗੋਂ ਸੰਸਾਰ ਸਾਮਰਾਜੀ ਵਿੱਤੀ ਸੰਸਥਾਵਾਂ ਵੀ ਖੜੀਆਂ ਨੇ। ਇਹਨਾਂ ਸੰਸਥਾਵਾਂ ਵੱਲੋਂ ਦੁਨੀਆ ਦੇ ਮੁਲਕਾਂ 'ਚ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਤਹਿਤ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ ਨੇ। ਇਹਨਾਂ ਖੇਤੀ ਕਾਨੂੰਨਾਂ ਦੀਆਂ ਤਾਰਾਂ ਸਿੱਧੇ ਤੌਰ ਤੇ ਹੀ ਵਿਸ਼ਵ ਵਪਾਰ ਸੰਸਥਾ ਦੀ 2013 ਦੀ ਬਾਲੀ ਦੇ ਵਿੱਚ ਹੋਈ ਕਾਨਫਰੰਸ ਨਾਲ ਜੁੜੀਆਂ ਹਨ ਤੇ ਭਾਰਤ ਅੰਦਰ ਫਸਲਾਂ ਦੀ ਮੰਡੀ ਨੂੰ ਵਿਦੇਸ਼ੀ ਬਹੁਕੌਮੀ ਕੰਪਨੀਆਂ ਵਾਸਤੇ ਖੋਲ੍ਹਣ ਲਈ ਕਿਹਾ ਗਿਆ ਸੀ। ਇਹਨਾਂ ਹਦਾਇਤਾਂ ਨੂੰ ਮੰਨਦਿਆਂ ਮੋਦੀ ਹਕੂਮਤ ਨੇ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀ ਤੇ ਉਸ ਵੱਲੋਂ ਸਰਕਾਰੀ ਖਰੀਦ ਬੰਦ ਕਰਨ ਤੇ FCI ਤੋੜਨ ਵਰਗੇ ਕਈ ਕਦਮ ਚੁੱਕਣ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਸਨ। ਹੁਣ ਮੋਦੀ ਹਕੂਮਤ ਨੇ ਇਹਨਾਂ ਹਦਾਇਤਾਂ ਤੇ ਫੁੱਲ ਚੜਾਉਂਦਿਆਂ ਹੀ ਨਵੇਂ ਖੇਤੀ ਕਾਨੂੰਨ ਲਿਆਂਦੇ ਹਨ। ਭਾਰਤੀ ਸਰਕਾਰਾਂ ਵੱਲੋਂ ਇਹਨਾਂ ਸੰਸਥਾਵਾਂ ਦੇ ਮੈਂਬਰ ਰਹਿ ਕੇ ਤੇ ਇਹਨਾਂ ਦੀਆਂ ਹਦਾਇਤਾਂ ਨੂੰ ਲਾਗੂ ਕਰਕੇ ਦੇਸ਼ ਦੇ ਲੋਕਾਂ ਨਾਲ ਧਰੋਹ ਕਮਾਇਆ ਜਾ ਰਿਹਾ ਹੈ। ਉਹਨਾਂ ਨਾਲ ਹੀ ਕਿਹਾ ਕਿ ਭਾਰਤੀ ਹਾਕਮਾਂ ਨੂੰ ਇਹਨਾਂ ਸੰਸਥਾਵਾਂ ਚੋਂ ਬਾਹਰ ਆਉਣਾ ਚਾਹੀਦਾ ਹੈ ਤੇ ਆਪਣੇ ਮੁਲਕ ਦੇ ਲੋਕਾਂ ਦੇ ਵਿਕਾਸ ਦੀਆਂ ਲੋੜਾਂ ਅਨੁਸਾਰ ਨੀਤੀਆਂ ਘੜਨੀਆਂ ਚਾਹੀਦੀਆਂ ਨੇ। ਅੱਜ ਜਿਹੜਾ ਅਸੀਂ ਕਿਹਾ ਸੀਗਾ ਵੀ ਇਹਦੇ ਪਿੱਛੇ ਵੱਡੀ ਤਾਕਤ ਹੈ, ਜਿਹੜੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਕੇਂਦਰ ਸਰਕਾਰ ਅੜੀ ਹੋਈ ਹੈ। ਇਹਦੇ ਪਿੱਛੇ ਬਹੁਤ ਵੱਡੀ ਤਾਕਤ ਹੈ, ਬਹੁਤ ਵੱਡੀ ਨੀਤੀ ਹੈ। WTO ਵਿਸ਼ਵ ਵਪਾਰ ਸੰਸਥਾ, ਕੇਂਦਰੀ ਮੁਦਰਾ ਕੋਸ਼ ਤੇ ਸੰਸਾਰ ਬੈਂਕ ਦੀ ਤਾਕਤ ਹੈ। ਜਿਵੇਂ ਅੱਜ ਦੇ ਅਖਬਾਰ ਦੇ ਵਿੱਚ ਹੀ ਬਿਆਨ ਲੱਗਿਆ ਹੋਇਆ ਹੈ ਕਿ ਕੇਂਦਰੀ ਮੁਦਰਾ ਫੰਡ ਵੱਲੋਂ ਬਿਆਨ ਲਾਇਆ ਹੋਇਆ ਹੈ ਕਿ ਜਿਹੜੇ ਖੇਤੀ ਕਾਨੂੰਨ ਬਣਾਏ ਨੇ ਭਾਰਤ ਸਰਕਾਰ ਨੇ ਉਹ ਇਹ ਬਹੁਤ ਚੰਗੀ ਗੱਲ ਹੈ, ਇਹ ਵਧਾਰੇ ਪਸਾਰੇ ਦੀ ਖਾਤਰ ਬਣਾਏ ਗਏ ਨੇ। ਜਦੋਂ ਕਿ ਖੇਤੀ ਕਾਨੂੰਨ ਇਹ ਨੀਤੀਆਂ ਜਿਹੜੀਆਂ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਨੇ, ਇਹਦਾ ਵੱਡੀ ਪੱਧਰ 'ਤੇ ਵਿਰੋਧ ਹੋ ਰਿਹਾ ਭਾਰਤ ਦੇ ਵਿੱਚ। ਭਾਰਤ ਦੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ। ਭਾਰਤ ਦੇ ਲੋਕ ਇਹ ਨਾਅਰਾ ਮਾਰ ਰਹੇ ਨੇ ਕਿ ਭਾਰਤ ਵਾਲਿਓ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਓ। ਯਾਨੀ ਇੱਕ ਬਹੁਤ ਵੱਡੀ ਚਾਲ 2013 ਦੇ ਵਿੱਚ ਇੱਕ ਬਾਲੀ ਮੁਲਕ ਦੇ ਵਿੱਚ, ਇੱਕ ਛੋਟਾ ਜਿਹਾ ਮੁਲਕ ਹੈ, ਉੱਥੇ ਵਿਸ਼ਵ ਵਪਾਰ ਸੰਸਥਾ ਦੀ ਮੀਟਿੰਗ ਹੋਈ। ਉੱਥੇ ਸਾਫ਼ ਤੌਰ 'ਤੇ ਕਿਹਾ ਗਿਆ ਵਿਸ਼ਵ ਵਪਾਰ ਸੰਸਥਾ ਵੱਲੋਂ ਕਿ ਤੁਸੀਂ ਭਾਈ ਭਾਰਤ ਵਾਲਿਓ ਆ ਜਿਹੜੀ ਸਰਕਾਰੀ ਖਰੀਦ ਹੈ ਇਹਨੂੰ ਬੰਦ ਕਰੋ, MSP ਬੰਦਨਾ ਬੰਦ ਕਰੋ, ਆ ਜਿਹੜੀ PDS ਦੀ ਸਕੀਮ ਤੁਸੀਂ ਦਿੰਦੇ ਹੋ ਇਹਨੂੰ ਲਾਗੂ ਕਰਨਾ ਬੰਦ ਕਰੋ, ਕਿਉਂਕਿ ਤੁਹਾਡੇ ਅਨਾਜ ਨੂੰ ਜੇ ਤੁਸੀਂ ਆਪਦਾ ਅਨਾਜ ਜਾਂ ਇਹ ਸਹੂਲਤਾਂ ਦਿਓਗੇ, ਸਾਡਾ ਅਨਾਜ ਕਿੱਥੇ ਵਿਕੂਗਾ। ਯਾਨੀ ਉਹ ਵਿਕਸਿਤ ਮੁਲਕਾਂ ਦਾ ਅਨਾਜ ਵੇਚਣ ਦੀ ਖਾਤਰ, ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਖਾਤਰ, ਉਹਨਾਂ ਦੇ ਦਬਾਅ ਤਹਿਤ ਵਿਸ਼ਵ ਵਪਾਰ ਸੰਸਥਾ ਦੀ ਨੀਤੀਆਂ ਬਣ ਕੇ ਆਪਣੇ ਦੇਸ਼ ਦੇ ਲੋਕਾਂ ਨਾਲ ਧੋਖਾ ਕਰ ਰਹੇ ਨੇ, ਆਪਦੇ ਦੇਸ਼ ਦੇ ਲੋਕਾਂ ਨੂੰ ਤਬਾਹ ਕਰ ਰਹੇ ਨੇ। ਉਹਨਾਂ ਦੀਆਂ ਨੀਤੀਆਂ ਉਹਨਾਂ ਦੇ ਮੁਤਾਬਕ ਲਾਗੂ ਹੁੰਦੀਆਂ ਨੇ। ਇਸ ਕਰਕੇ ਇਹ ਬਹੁਤ ਵੱਡੀ ਗੱਲ ਹੈ, ਇਹ ਵਿਚਾਰਨ ਵਾਲੀ ਗੱਲ ਹੈ। ਜਿਹੜੀ ਮੋਦੀ ਸਰਕਾਰ ਅੜੀ ਖੜੀ ਹੈ ਵੀ ਇਹ ਕਾਨੂੰਨ ਵਾਪਸ ਨਹੀਂ ਲੈਣੇ, ਤਾਂ ਇਹਦੇ ਪਿਛਲੇ ਪਾਸੇ ਵਿਸ਼ਵ ਵਪਾਰ ਸੰਸਥਾ ਤੇ ਕੇਂਦਰੀ ਮੁਦਰਾ ਕੋਸ਼ ਇਹਦੇ ਪਿੱਛੇ ਖੜੇ ਨੇ। ਇਹਨਾਂ ਨੂੰ ਪਰਖਣ ਦੀ ਲੋੜ ਹੈ। ਇਸ ਕਰਕੇ ਸਮਝਣ ਦੀ ਲੋੜ ਹੈ ਕਿ ਇਹ ਬਹੁਤ ਵੱਡੀ ਲੜਾਈ ਹੈ। 26 ਤਰੀਕ ਦਾ ਪ੍ਰੋਗਰਾਮ ਹੈ, ਗਣਤੰਤਰ ਦਿਵਸ ਮਨਾਉਣ ਦਾ ਪ੍ਰੋਗਰਾਮ ਹੈ। ਸਾਰੀਆਂ ਜਥੇਬੰਦੀਆਂ ਵੱਲੋਂ ਜ਼ੋਰ ਨਾਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹਦੇ 'ਤੇ ਸਾਰੇ ਕਿਸਾਨ ਭਰਾਵਾਂ ਨੂੰ ਸੱਦਾ ਹੈ, ਪੂਰੇ ਜ਼ੋਰ ਨਾਲ ਆਓ। ਇਹ ਸੱਦੇ ਦੇ ਵਿੱਚ ਇੱਕ ਗੱਲ ਸਾਫ਼ ਹੈ ਵੀ ਨਾ ਇਹ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਉਣ ਵਾਲਾ ਸੱਦਾ ਹੈ, ਨਾ ਇਹ ਪਾਰਲੀਮੈਂਟ 'ਤੇ ਕਬਜ਼ਾ ਕਰਨ ਵਾਲਾ ਸੱਦਾ ਹੈ, ਨਾ ਹੀ ਅਸੀਂ ਉਹਨਾਂ ਦੀ ਪਰੇਡ ਦੇ ਵਿੱਚ ਦਾਖਲ ਹੋਣ ਦਾ ਕੋਈ ਸੱਦਾ ਹੈ। ਇਹ ਸ਼ਾਂਤਮਈ ਪੀਸਫੁਲ ਅੰਦੋਲਨ ਦੇ ਤੌਰ 'ਤੇ ਆਪਦੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਖਾਤਰ ਸਾਡਾ ਦਿੱਲੀ ਦੇ ਵਿੱਚ ਮਾਰਚ ਕਰਨ ਦਾ ਸੱਦਾ ਹੈ। ਇਹਨੂੰ ਸਰਕਾਰ ਕੀ ਕਰਦੀ ਹੈ ਇਹ ਸਰਕਾਰ ਨੇ ਦੇਖਣਾ, ਪਰ ਅਸੀਂ ਜ਼ੋਰ ਨਾਲ ਇਹ ਗੱਲ ਨੂੰ ਵਿਚਾਰਨਾ। ਜੀ 17 ਤਰੀਕ ਦੀ ਮੀਟਿੰਗ ਹੋ ਰਹੀ ਹੈ ਜਥੇਬੰਦੀਆਂ ਦੀ, ਜਿਹੜੀ ਕੱਲ੍ਹ ਨੂੰ, ਉਹਦੇ ਵਿੱਚ ਵਿਚਾਰਿਆ ਜਾਊਗਾ ਵੀ ਅਸੀਂ ਕੀ ਕਰਨਾ ਹੈ, ਕਿੱਧਰ ਨੂੰ ਵਧਣਾ ਹੈ, ਕਿੱਥੋਂ ਦੀ ਵਧਣਾ ਹੈ, ਕਿੰਨਾ ਕੁ ਵਧਣਾ ਹੈ। ਇਹ ਗੱਲਾਂ ਉੱਥੇ ਵਿਚਾਰੀਆਂ ਜਾਣਗੀਆਂ। ਇਸ ਕਰਕੇ ਸੱਦਾ ਵੀ ਤੁਸੀਂ ਇੱਥੇ ਜ਼ੋਰ ਨਾਲ ਪਹੁੰਚੋ। ਸੋ ਦੋਸਤੋ, ਅਗਲੀ ਖਬਰ ਕੈਨੇਡਾ ਨਾਲ ਸੰਬੰਧਿਤ ਹੈ ਔਰ ਅੰਟਾਰੀਓ ਨਾਲ ਸੰਬੰਧਿਤ ਹੈ। ਸੋ ਅੰਟਾਰੀਓ ਦੇ ਵਿੱਚ ਇੱਕ ਯਾਰਕ ਸਿਟੀ ਤੋਂ ਜਿਹੜੇ MPP ਨੇ ਯਾਰਕ ਸੈਂਟਰ ਤੋਂ ਰੋਮਨ ਬੈਬਰ, ਉਹਨਾਂ ਨੂੰ ਪ੍ਰੀਮੀਅਰ ਡਗ ਫੋਰਡ ਨੇ ਕਾਕਸ ਤੋਂ ਜਿਹੜੀ ਉਹਨਾਂ ਦੀ
ਕੰਜ਼ਰਵੇਟਿਵ ਪਾਰਟੀ ਦੀ ਕੌਕਸ ਹੈ ਉਸ ਤੋਂ ਕੱਢ ਦਿੱਤਾ ਹੈ। ਸੋ ਉਸ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਇੱਕ ਲੈਟਰ ਇਸ਼ੂ ਕੀਤੀ ਸੀ ਰੋਮਨ ਬੈਬਰ ਨੇ ਜਿਸ 'ਚ ਕਿਹਾ ਕਿ ਜਿਹੜਾ ਇਹ ਲੋਕਡਾਊਨ ਹੈ ਜਾਂ ਸਟੇ ਐਟ ਹੋਮ ਇਸ ਤਰ੍ਹਾਂ ਦੇ ਜਿਹੜੇ ਆਰਡਰ ਹੈ ਜਿਹੜੇ ਕੀਤੇ ਜਾ ਰਹੇ ਨੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਉਹ ਲੋਕਾਂ ਲਈ ਨੁਕਸਾਨਦਾਇਕ ਨੇ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਲੋਕਾਂ ਦੇ ਜਿਹੜੇ ਬਿਜ਼ਨੈਸਿਸ ਆ ਉਹ ਖਤਮ ਹੋ ਰਹੇ ਨੇ, ਤਬਾਹ ਹੋ ਰਹੇ ਨੇ, ਲੋਕਾਂ ਦੀਆਂ ਜੌਬਸ ਜਾ ਰਹੀਆਂ ਨੇ। ਸੋ ਬੜੀ ਲੰਬੀ ਚੌੜੀ ਉਹਨਾਂ ਨੇ ਚਿੱਠੀ ਜਿਹੜੀ ਇਹ ਨਸ਼ਰ ਕੀਤੀ ਸੀ ਲੋਕਾਂ ਦੇ ਲਈ ਔਰ ਜਿਹੜੀ ਉਹਨਾਂ ਨੇ ਗਵਰਨਮੈਂਟ ਨੂੰ ਪਾਈ ਸੀ ਉਸ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਲੋਕਡਾਊਨ ਹੀ ਲੋਕਾਂ ਨੂੰ ਮਾਰ ਰਿਹਾ ਹੈ ਕੋਵਿਡ ਵਾਂਗੂ ਔਰ ਕੋਵਿਡ ਤੋਂ ਵੀ ਵੱਧ ਖਤਰਨਾਕ ਉਹਨਾਂ ਨੇ ਕਿਹਾ ਕਿ ਲੋਕਡਾਊਨ ਲੋਕਾਂ ਲਈ ਬਣਿਆ ਹੋਇਆ ਹੈ। ਸੋ ਇਸ ਤੇ ਜਿਹੜਾ ਡਗ ਫੋਰਡ ਉਹਨਾਂ ਨੇ ਬਹੁਤ ਨਾਰਾਜ਼ਗੀ ਜ਼ਾਹਰ ਕੀਤੀ ਔਰ ਉਹਨਾਂ ਨੇ ਪਹਿਲੀ ਸੱਟੇ ਹੀ ਟਵਿੱਟਰ ਦੇ ਉੱਤੇ ਉਹਨਾਂ ਨੂੰ ਇਹ ਚਿੱਠੀ ਜਾਰੀ ਕਰ ਦਿੱਤੀ ਔਰ ਉਹਨਾਂ ਨੂੰ ਕੌਕਸ ਦੇ ਵਿੱਚੋਂ ਕੱਢ ਦਿੱਤਾ ਔਰ ਇਹ ਵੀ ਕਿਹਾ ਕਿ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਸ ਦੇ ਵਿੱਚ ਜਿਹੜੇ ਰੋਮਨ ਬੈਬਰ ਹੈ ਉਹ ਪ੍ਰੋਵਿੰਸ਼ੀਅਲ ਜਿਹੜੀ ਪਾਰਟੀ ਹੈ ਕੰਜ਼ਰਵੇਟਿਵ ਉਸ ਦੇ ਵੱਲੋਂ ਜਿਹੜੀ ਇਲੈਕਸ਼ਨ ਨਹੀਂ ਲੜ ਸਕਣਗੇ। ਉਹ ਜਾਂ ਤਾਂ ਕੋਈ ਆਪਣੀ ਨਵੀਂ ਪਾਰਟੀ ਜੁਆਇਨ ਕਰ ਲੈਣ ਜਾਂ ਇੰਡੀਪੈਂਡੈਂਟ ਤੌਰ ਤੇ ਇਲੈਕਸ਼ਨ ਲੜਨ ਜਾਂ ਇੰਡੀਪੈਂਡੈਂਟ ਤੌਰ ਤੇ ਹੁਣ ਵਿਚਰਨ। ਮਤਲਬ ਕਿ ਜਿਹੜਾ ਕੰਜ਼ਰਵੇਟਿਵ ਪਾਰਟੀ ਉਹਨਾਂ ਨੇ ਰੋਮਨ ਬੈਬਰ ਨਾਲੋਂ ਜਿਹੜਾ ਆਪਣਾ ਨਾਤਾ ਤੋੜ ਲਿਆ ਹੈ। ਸੋ ਰੋਮਨ ਬੈਬਰ ਨੇ ਇਸ ਤੋਂ ਬਾਅਦ ਵੀ ਜਦੋਂ ਡਗ ਫੋਰਡ ਉਹਨਾਂ ਨੇ ਇਹਨਾਂ ਪ੍ਰਤੀਕਰਮ ਦਿੱਤਾ ਉਸ ਤੋਂ ਬਾਅਦ ਵੀ ਉਹਨਾਂ ਨੇ ਕੋਈ ਖੇਦ ਜ਼ਾਹਰ ਨਹੀਂ ਕੀਤਾ ਔਰ ਕੋਈ ਮਾਫੀ ਨਹੀਂ ਮੰਗੀ। ਉਹਨਾਂ ਨੇ ਕਿਹਾ ਕਿ ਡਗ ਫੋਰਡ ਦਾ ਜਿਹੜਾ ਧਿਆਨ ਹੈ ਉਹ ਆਉਣ ਵਾਲੀਆਂ ਇਲੈਕਸ਼ਨਾਂ ਤੇ ਹੀ ਹੈ ਔਰ ਉਹ ਇਹ ਨਹੀਂ ਦੇਖਦੇ ਕਿ ਜਿਹੜਾ ਲੋਕਡਾਊਨ ਹੈ ਲੋਕਾਂ ਨੂੰ ਕਿਸ ਤਰ੍ਹਾਂ ਖਤਮ ਕਰ ਰਿਹਾ ਹੈ। ਦੂਜੇ ਪਾਸੇ ਪ੍ਰੀਮੀਅਰ ਨੇ ਇਹ ਕਿਹਾ ਕਿ ਜਿਹੜਾ ਡਾਟਾ ਤੇ ਸਾਇੰਸ ਜੋ ਕਹਿੰਦੀ ਹੈ ਅਸੀਂ ਉਸ ਹਿਸਾਬ ਨਾਲ ਕੰਮ ਕਰਦੇ ਹਾਂ, ਅਸੀਂ ਸਿਰਫ ਅਫਵਾਹਾਂ ਤੇ ਜਾਂ ਅਜਿਹੀ ਗੱਲਾਂ ਤੇ ਹੀ ਜੇਕਰ ਕੁਝ ਗਰੁੱਪ ਲੋਕਡਾਊਨ ਦੇ ਅਗੇਂਸਟ ਨੇ ਉਸ ਦੇ ਅਨੁਸਾਰ ਕੰਮ ਨਹੀਂ ਕਰਦੇ। ਅਸੀਂ ਜੋ ਡਾਕਟਰ ਸਾਨੂੰ ਕਹਿੰਦੇ ਨੇ, ਜੋ ਮਾਹਰ ਕਹਿੰਦੇ ਨੇ ਔਰ ਜਿਸ ਤਰ੍ਹਾਂ ਦੀ ਸਥਿਤੀ ਖਰਾਬ ਹੋ ਰਹੀ ਹੈ, ਲੋਕਾਂ ਦੀ ਸਿਹਤ ਜਿਸ ਤਰ੍ਹਾਂ ਖਤਰੇ 'ਚ ਪੈ ਰਹੀ ਹੈ ਉਸ ਨੂੰ ਦੇਖਦੇ ਹੀ ਮੈਜ਼ਰਸ ਲੈਂਦੇ ਆ, ਉਸ ਨੂੰ ਦੇਖਦੇ ਹੀ ਕਦਮ ਚੁੱਕਦੀ ਸਰਕਾਰ। ਇਸ ਲਈ ਜੇਕਰ ਤੁਸੀਂ ਇਸ ਦੇ ਨਾਲ ਨਹੀਂ ਸਹਿਮਤ ਹੋ ਤਾਂ ਤੁਹਾਡਾ ਵੀ ਜਿਹੜਾ ਸਾਡੀ ਪਾਰਟੀ ਦੇ ਵਿੱਚ ਕੋਈ ਸਥਾਨ ਨਹੀਂ ਹੈ। ਸੋ ਦੋਸਤੋ ਜਦੋਂ ਆਪਾਂ ਦੇਖਦੇ ਹਾਂ ਕਿ ਜਿੱਥੇ ਸਰਕਾਰਾਂ ਦੇ ਲਈ ਇਸ ਕੋਵਿਡ ਨੇ ਬਹੁਤ ਹੀ ਗੁੰਝਲਦਾਰ ਸਥਿਤੀ ਬਣਾਈ ਹੋਈ ਹੈ, ਜਿੱਥੇ ਉਹਨਾਂ ਨੂੰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੁੰਦੀ ਹੈ ਲੋਕਾਂ ਦੀ ਸਿਹਤ ਉਸ ਦੇ ਲਈ ਕਦਮ ਉਠਾਉਣੇ ਪੈ ਰਹੇ ਨੇ, ਪਰ ਨਾਲ ਦੀ ਨਾਲ ਕੁਝ ਗਰੁੱਪ ਆ ਲਗਾਤਾਰ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰ ਰਹੇ ਨੇ, ਚਾਹੇ ਉਹ ਐਂਟੀ ਮਾਸਕ ਗਰੁੱਪ ਨੇ, ਚਾਹੇ ਉਹ ਐਂਟੀ ਲੋਕਡਾਊਨ ਗਰੁੱਪ ਨੇ। ਅੱਜ ਵੀ ਟੋਰਾਂਟੋ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਅਜਿਹੇ ਪ੍ਰਦਰਸ਼ਨ ਹੋਏ ਪਰ ਕਿਉਂਕਿ ਇਸ ਵੇਲੇ ਸਟੇ ਐਟ ਹੋਮ ਆਰਡਰ ਹੈ ਔਰ ਪੁਲਿਸ ਨੇ ਇਹ ਕਿਹਾ ਕਿ ਪ੍ਰੋਟੈਸਟ ਜਿਹੜੇ ਆ ਉਹ ਸ਼ਾਂਤਮਈ ਕਿਤੇ ਵੀ ਕੀਤੇ ਜਾ ਸਕਦੇ ਪਰ ਕਿਉਂਕਿ ਹੁਣ ਸਟੇ ਐਟ ਹੋਮ ਆਰਡਰ ਹੈ ਔਰ 5 ਤੋਂ ਵੱਧ ਗੈਦਰਿੰਗ ਨਹੀਂ ਹੋ ਸਕਦੀ, ਇਸ ਕਰਕੇ ਉਹਨਾਂ ਨੇ ਉਹਨਾਂ ਲੋਕਾਂ ਨੂੰ ਟਿਕਟਾਂ ਵੀ ਜਾਰੀ ਕੀਤੀਆਂ। ਸੋ ਇਹ ਬੜੀ ਸਥਿਤੀ ਇਸ ਤਰ੍ਹਾਂ ਦੀ ਬਣੀ ਰਹਿੰਦੀ ਹੈ। ਜਿਹੜੇ ਲੋਕ ਕੁਝ ਅਜਿਹੇ ਵਿਚਾਰ ਰੱਖਦੇ ਹੁੰਦੇ ਨੇ ਕਿ ਲੋਕਡਾਊਨ ਹੈ ਜਿਹੜਾ ਲੋਕਾਂ ਦੀ ਜਿਹੜੀ ਆਰਥਿਕ ਸਥਿਤੀ ਨੂੰ ਖਰਾਬ ਕਰ ਰਿਹਾ ਔਰ ਕੋਵਿਡ ਤੋਂ ਵੱਧ ਖਤਰਨਾਕ ਹੈ, ਉੱਥੇ ਸਰਕਾਰ ਨੂੰ ਹੋਰ ਸਖਤ ਕਦਮ ਉਠਾਉਣੇ ਪੈਂਦੇ ਨੇ। ਸੋ ਆਪਾਂ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਕਿ ਕਿਸ ਤਰ੍ਹਾਂ ਰੋਮਨ ਬੈਬਰ ਨੇ ਲੈਟਰ ਜਾਰੀ ਕੀਤੀ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਡਗ ਫੋਰਡ ਉਹਨਾਂ ਤੇ ਐਕਸ਼ਨ ਲਿਆ। ਓਨਟਾਰੀਓ 'ਚ ਹਰ ਦਿਨ ਵਧ ਰਹੇ ਕੋਵਿਡ-19 ਕੇਸਾਂ ਨੂੰ ਦੇਖਦਿਆਂ ਜਿੱਥੇ ਸਰਕਾਰ ਨੇ ਸੂਬੇ ਦੇ ਵਿੱਚ ਲਾਕਡਾਊਨ ਦੇ ਚੱਲਦਿਆਂ ਸਟੇਟ ਆਫ ਐਮਰਜੈਂਸੀ ਨੂੰ ਲਾਗੂ ਕਰ ਦਿੱਤਾ ਹੈ, ਉੱਥੇ ਹੀ ਸਰਕਾਰ ਵੱਲੋਂ ਓਨਟਾਰੀਓ ਵਾਸੀਆਂ ਨੂੰ ਘਰ ਦੇ ਵਿੱਚ ਰਹਿਣ ਦੇ ਆਰਡਰ ਵੀ ਲਾਗੂ ਕਰ ਦਿੱਤੇ ਗਏ ਨੇ। ਜਿੱਥੇ ਕਈ ਲੋਕਾਂ ਨੇ ਇਸ ਫੈਸਲੇ ਦੀ ਹਮਾਇਤ ਕੀਤੀ, ਉੱਥੇ ਓਨਟਾਰੀਓ ਸਰਕਾਰ ਦੇ ਇੱਕ ਮੈਂਬਰ ਨੇ ਸੂਬੇ ਦੇ ਵਿੱਚ ਲਗਾਏ ਗਏ ਲਾਕਡਾਊਨ ਨੂੰ ਗਲਤ ਕਰਾਰ ਕਹਿੰਦਿਆਂ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ। ਇਸ ਬਿਆਨ ਤੋਂ ਬਾਅਦ ਓਨਟਾਰੀਓ ਸਰਕਾਰ ਨੇ ਆਪਣੇ ਇੱਕ ਪਾਰਟੀ ਮੈਂਬਰ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੱਸ ਦਈਏ ਕਿ ਕੈਂਪੀ ਨੇ ਪ੍ਰੀਮੀਅਰ ਡਗ ਫੋਰਡ ਨੂੰ ਇੱਕ ਪੱਤਰ ਲਿਖ ਕੇ ਤਾਲਾਬੰਦੀ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਯਾਰਕ ਸੈਂਟਰ ਰਾਈਡਿੰਗ ਤੋਂ ਐਮਪੀ ਰੋਮਨ ਬੇਬਰ ਨੇ ਸੋਸ਼ਲ ਮੀਡੀਆ ਤੇ ਪ੍ਰੀਮੀਅਰ ਨੂੰ ਸੰਬੋਧਿਤ ਕਰਦਿਆਂ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਨੇ ਲਾਕਡਾਊਨ ਨੂੰ ਕੋਵਿਡ-19 ਨਾਲੋਂ ਜ਼ਿਆਦਾ ਘਾਤਕ ਦੱਸਦਿਆਂ ਪ੍ਰੀਮੀਅਰ ਨੂੰ ਲਾਕਡਾਊਨ ਖਤਮ ਕਰਨ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਨਿਸ਼ਕਾਸਿਤ ਕਰ ਦਿੱਤਾ ਗਿਆ। ਪੱਤਰ ਦੇ ਵਿੱਚ ਰੋਮਨ ਬੇਬਰ ਵੱਲੋਂ ਫੋਰਡ ਸਰਕਾਰ ਨੂੰ ਜ਼ਿਆਦਾ ਧਿਆਨ ਲੌਂਗ ਟਰਮ ਕੇਅਰ ਹੋਮਸ ਅਤੇ ਹਸਪਤਾਲਾਂ ਦੇ ਵਿੱਚ ਦੇਣ ਦੀ ਗੱਲ ਵੀ ਆਖੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਪੱਤਰ ਦੇ ਵਿੱਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਫੋਰਡ ਸਰਕਾਰ ਦੀਆਂ ਸਾਰੀਆਂ ਨੀਤੀਆਂ ਦੇ ਵਿਰੁੱਧ ਦੱਸਿਆ ਗਿਆ, ਜਿਸ ਤੋਂ ਬਾਅਦ ਪ੍ਰੀਮੀਅਰ ਫੋਰਡ ਨੇ ਬੇਬਰ ਦੇ ਪੱਤਰ ਦੇ ਜਵਾਬ ਵਿੱਚ ਕਿਹਾ ਕਿ ਹੁਣ ਬੇਬਰ ਪੀਸੀ ਕਾਕਸ ਦੇ ਮੈਂਬਰ ਵਜੋਂ ਨਹੀਂ ਬੈਠਣਗੇ ਅਤੇ ਉਹਨਾਂ ਨੂੰ ਪੀਸੀ ਮੈਂਬਰ ਵਜੋਂ ਮੁੜ ਚੋਣ ਲੜਨ ਦੀ ਆਗਿਆ ਨਹੀਂ ਮਿਲੇਗੀ। ਨਾਲ ਹੀ ਫੋਰਡ ਨੇ ਕਿਹਾ ਕਿ ਬਾਬਰ ਦੀਆਂ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਹਨ ਅਤੇ ਗਲਤ ਜਾਣਕਾਰੀ ਫੈਲਾ ਕੇ ਉਹ ਇਸ ਨਾਜ਼ੁਕ ਸਮੇਂ ਦੇ ਵਿੱਚ ਸਾਡੇ ਹੈਲਥ ਕੇਅਰ ਵਰਕਰਸ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਕਮਜ਼ੋਰ ਕਰ ਰਹੇ ਨੇ, ਬਲਕਿ ਉਹ ਲੋਕਾਂ ਦੀਆਂ ਜਾਨਾਂ ਨੂੰ ਜ਼ੋਖਮ ਦੇ ਵਿੱਚ ਵੀ ਪਾ ਰਹੇ ਨੇ। ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਰੋਮਨ ਬੇਬਰ ਨੇ ਟਵੀਟ ਦੇ ਜ਼ਰੀਏ ਡਗ ਫੋਰਡ ਤੇ ਸ਼ਬਦੀ ਹਮਲਾ ਕਰਦਿਆਂ ਸਰਕਾਰ ਦੇ ਇਸ ਮਹਾਮਾਰੀ ਦੇ ਵਿੱਚ ਕੀਤੇ ਗਏ ਯਤਨਾਂ ਨੂੰ ਗਲਤ ਦੱਸਿਆ ਅਤੇ ਨਾਲ ਹੀ ਪ੍ਰੀਮੀਅਰ ਦੀ ਕੋਵਿਡ-19 ਪਲੈਨਿੰਗ ਤੇ ਸ਼ੰਕਾ ਵੀ ਜ਼ਾਹਿਰ ਕੀਤੀ।
ਸੋ ਦੋਸਤੋ, ਆਪਣੀ ਅਗਲੀ ਖਬਰ ਵੀ ਇੰਟਾਰੀਓ ਨਾਲ ਸੰਬੰਧਿਤ ਹੈ ਔਰ ਜਿਹੜੇ ਸਟੇ ਐਟ ਹੋਮ ਆਰਡਰ ਇਸ ਵੇਲੇ ਲੱਗੇ ਹੋਏ ਨੇ ਉਸ ਬਾਰੇ ਆਪਾਂ ਗੱਲ ਕਰਨੀ ਹੈ ਕਿ ਸਾਰਿਆਂ ਨੂੰ ਇਹ ਕਿਹਾ ਗਿਆ ਹੈ ਕਿ ਆਪਣੇ ਘਰਾਂ ਦੇ ਵਿੱਚ ਰਹੋ, ਸਟੇ ਐਟ ਹੋਮ, SAH। ਸੋ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਪਰ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। मैं अभय माथुर। नायग्रा रीजन में किसी को भी प्रॉपर्टी की बाइंग और सेलिंग करनी हो, छोटी इन्वेस्टमेंट करनी हो या अपने रहने के लिए घर खरीदना हो, और किसी को बड़ी इन्वेस्टमेंट करनी हो कमर्शियल के बारे में भी, तो भी मुझे कांटेक्ट कर सकते हैं। और नायग्रा फॉल बहुत ही सुंदर जगह है, मैं सबको इनवाइट करता हूँ, आप वहाँ पर आइए। मेरे बहुत ही अच्छे ताल्लुकात हैं सिटी के साथ में भी और लोकल लोगों के साथ में भी। मुझे कांटेक्ट करें और मेरा नंबर है 9059783788। इस तेज चलते वक्त में एक सही फैसला ही आपकी कामयाबी है। एक सही फैसला जो आपकी मेहनत को समर दे, जो आपके इंतजार को मंजिल तक पहुंचाए। इसीलिए तो साल हा साल से आपका जाना पहचाना नाम वाजिद मलिक है हर वक्त आपके साथ। अ रियल एस्टेट एंड इन्वेस्टमेंट एक्सपर्ट, साउथ एशियन कम्युनिटी की जान। फ्रॉम कॉन्डो, टाउन हाउस या हो कोई मेगा कमर्शियल प्रोजेक्ट, इनके लिए है हर क्लाइंट इक्वली इंपॉर्टेंट। वाजिद मलिक। सो कॉल नाउ 416-827-3333, 416-827-3333, or visit wajidmalik.com. Proven, trusted name in the community. ਸਮੋਸਾ ਐਂਡ ਸਵੀਟ ਫੈਕਟਰੀ ਤੁਹਾਡੇ ਇੰਨੇ ਸਾਲਾਂ ਦੇ ਸਾਥ ਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹੈ। ਅੱਜ ਅਸੀਂ ਇਸ ਕਾਬਲ ਹਾਂ ਕਿ 500-1000 ਡੱਬੇ ਦਾ ਆਰਡਰ ਫਿਊ ਆਵਰਸ ਵਿੱਚ ਰੈਡੀ ਕਰਦੇ ਹਾਂ। ਸੋ ਆਰਡਰ ਛੋਟਾ ਹੋਵੇ ਜਾਂ ਵੱਡਾ, ਆਲਵੇਜ਼ ਰਿਮੈਂਬਰ ਪਿਓਰ ਵੈਜੀਟੇਰੀਅਨ, ਹਾਈਲੀ ਹਾਈਜੀਨਿਕ, HACCP and GMP certified. Samosa and Sweet Factory, 1850 Albion Road, Unit 6, Etobicoke. Call 416-241-2600 or 416-213-1165 or visit samosasweetfactory.com. ਕੈਨੇਡਾ ਵਿੱਚ ਸਾਡੀ ਹੋਰ ਕੋਈ ਲੋਕੇਸ਼ਨ ਨਹੀਂ, ਸੋ beware of copycats. ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਗੱਲ ਕਰਦੇ ਹਾਂ ਸਟੇ ਐਟ ਹੋਮ ਆਰਡਰ ਜਿਹੜੇ ਅੰਟਾਰੀਓ ਗਵਰਨਮੈਂਟ ਵੱਲੋਂ ਜਾਰੀ ਕੀਤੇ ਗਏ ਨੇ। ਸੋ ਪਹਿਲਾਂ ਪਹਿਲ ਤਾਂ ਲੋਕਾਂ ਦੇ ਵਿੱਚ ਸਪਸ਼ਟ ਨਹੀਂ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਇਹਨਾਂ ਆਰਡਰ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ। ਵੀਰਵਾਰ ਤੋਂ ਇਹ ਆਰਡਰ ਲਾਗੂ ਕੀਤੇ ਗਏ ਪਰ ਹੌਲੀ-ਹੌਲੀ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਬਹੁਤ ਚੀਜ਼ਾਂ ਸਪਸ਼ਟ ਕਰ ਦਿੱਤੀਆਂ ਕਿ ਜਿਹੜੀ ਗੈਦਰਿੰਗ ਹੈ ਉਹ 5 ਤੋਂ ਵੱਧ ਨਹੀਂ ਹੋ ਸਕਦੀ ਔਰ ਕੋਸ਼ਿਸ਼ ਕਰੋ ਕਿ ਬਿਲਕੁਲ ਵੀ ਇਕੱਠੇ ਨਾ ਹੋਵੋ। ਕਿਸੇ ਤਰ੍ਹਾਂ ਦੀ ਕੋਈ ਪਾਰਟੀ ਜਿਹੜੀ ਅਲਾਉਡ ਨਹੀਂ ਹੈ ਕਿਸੇ ਵੀ ਸਥਾਨ ਦੇ ਉੱਤੇ। ਬਿਜ਼ਨੈਸਿਸ ਦੇ ਵਿੱਚ ਜਿਹੜੇ ਖਾਸ ਤੌਰ ਤੇ ਬਿਜ਼ਨੈਸਿਸ ਖੁੱਲ੍ਹੇ ਨੇ ਉਹਨਾਂ ਉੱਤੇ ਵੀ ਜਿਹੜੀ ਖਾਸ ਤੌਰ ਤੇ ਸਰਕਾਰ ਵੱਲੋਂ ਪੈਣੀ ਨਜ਼ਰ ਰੱਖੀ ਜਾ ਰਹੀ ਹੈ ਕਿ ਉੱਥੇ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ, ਇੱਕ ਦੂਜੇ ਤੋਂ ਦੂਰ ਰਹਿਣ ਦਾ ਪੂਰਾ ਪਾਲਨ ਕੀਤਾ ਜਾ ਰਿਹਾ ਕਿ ਨਹੀਂ, ਮਾਸਕ ਜਿਹੜੇ ਲੋਕ ਪ੍ਰੋਪਰ ਲਾ ਰਹੇ ਕਿ ਨਹੀਂ, ਉਸ ਹਿਸਾਬ ਨਾਲ ਪੁਲਿਸ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਨੇ ਔਰ ਉਸ ਦੇ ਹਿਸਾਬ ਨਾਲ ਜਿਹੜੇ ਉਹ ਜੁਰਮਾਨੇ ਵੀ ਕੀਤੇ ਜਾਣਗੇ ਪੁਲਿਸ ਵੱਲੋਂ, ਟਿਕਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ। ਸੋ ਪੁਲਿਸ ਨੇ ਬਹੁਤ ਸਾਰੇ ਜਿਹੜੀ ਇਸ ਤਰ੍ਹਾਂ ਦੀ ਜੁਰਮਾਨਿਆਂ ਦੀ ਲਿਸਟ ਵੀ ਜਾਰੀ ਕੀਤੀ ਹੈ ਗਵਰਨਮੈਂਟ ਵੱਲੋਂ ਤੇ ਪੁਲਿਸ ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਹਿਸਾਬ ਨਾਲ ਜੁਰਮਾਨੇ ਲਗਾਏ ਗਏ ਨੇ ਔਰ ਖਾਸ ਤੌਰ ਤੇ ਜੇਕਰ ਕੋਈ ਪਾਰਟੀ ਕਰਦਾ ਫੜਿਆ ਜਾਂਦਾ ਹੈ ਔਰ ਇਸ ਮੌਕੇ ਦੇ ਵਿੱਚ ਜੇਕਰ ਕੋਈ ਸਮਝਦਾ ਕਿ ਹੁਣ ਤਾਂ ਘਰੇ ਵਿਹਲੇ ਬੈਠੇ ਹੈ ਕਿਉਂ ਨਾ ਇੱਕ ਛੋਟਾ ਮੋਟਾ ਸ਼ੁਗਲ ਨਾਲ ਪਾਰਟੀ ਕਰ ਲਈ ਜਾਵੇ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਕੇ, ਉਸ ਦੇ ਉੱਤੇ ਭਾਰੀ ਫਾਈਨ ਹੋ ਸਕਦਾ ਹੈ ਔਰ ਜੇਲ੍ਹ ਦੇ ਦਰਸ਼ਨ ਵੀ ਉਹਨੂੰ ਕਰਨੇ ਪੈ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਬਿਜ਼ਨੈਸਿਸ ਜਿੱਥੇ ਕੋਈ ਤੁਸੀਂ ਟੇਕ ਅਵੇ ਲਈ ਜਾਂਦੇ ਹੋ ਜਾਂ ਕੋਈ ਇਸ ਤਰ੍ਹਾਂ ਦੇ ਐਸੈਂਸ਼ੀਅਲ ਬਿਜ਼ਨੈਸਿਸ ਨੇ ਉੱਥੇ ਵੀ ਤੁਹਾਨੂੰ ਜਿਹੜੀ ਦੂਰੀ ਦਾ ਜ਼ਰੂਰ ਪਾਲਣ ਕਰਨਾ ਪੈਣਾ ਹੈ। ਨਹੀਂ ਤਾਂ ਜੇਕਰ ਪੁਲਿਸ ਉੱਥੇ ਆ ਕੇ ਦੇਖਦੀ ਹੈ ਕਿ ਉੱਥੇ ਬਿਲਕੁਲ ਜਿਹੜਾ ਨਿਯਮਾਂ ਦਾ ਪਾਲਨ ਨਹੀਂ ਹੋ ਰਿਹਾ ਤਾਂ ਉਹ ਜਿਹੜਾ ਬਿਜ਼ਨਸ ਰਨ ਕਰਦਾ, ਚਾਹੇ ਕੋਈ ਗਰੋਸਰੀ ਸਟੋਰ ਹੈ ਚਾਹੇ ਕੋਈ ਹੋਰ ਐਸੈਂਸ਼ੀਅਲ ਬਿਜ਼ਨਸ ਹੈ, ਉਸ ਦੇ ਉੱਤੇ ਵੀ ਭਾਰੀ ਜੁਰਮਾਨਾ ਜਿਹੜਾ ਕੀਤਾ ਜਾ ਸਕਦਾ ਹੈ। ਸੋ ਆਪਣੀ ਰਿਪੋਰਟ 'ਚ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਜੁਰਮਾਨੇ ਔਰ ਕਿੰਨੀ ਅਮਾਊਂਟ ਦੇ ਜੁਰਮਾਨੇ ਜਿਹੜੇ ਹੋ ਸਕਦੇ ਆ ਜੇਕਰ ਆਪਾਂ ਸਟੇ ਐਟ ਹੋਮ ਦੇ ਆਰਡਰਸ ਦੀ ਜਾਂ ਜਦੋਂ ਆਪਾਂ ਬਾਹਰ ਹੁੰਦੇ ਹਾਂ ਕਿਸੇ ਐਸੈਂਸ਼ੀਅਲ ਕੰਮ ਦੇ ਲਈ ਉੱਥੇ ਵੀ ਜਿਹੜੇ ਆਰਡਰਸ ਆ ਜਾਂ ਜਿਹੜੇ ਨਿਯਮ ਆ ਉਹਨਾਂ ਦੀ ਜੇਕਰ ਪਾਲਣਾ ਨਹੀਂ ਕਰਦੇ।
14 ਜਨਵਰੀ ਤੋਂ ਸੂਬੇ ਦੇ ਵਿੱਚ ਲਾਗੂ ਕੀਤੇ ਗਏ ਸਟੇ ਐਟ ਹੋਮ ਆਰਡਰ ਦੀ ਉਲੰਘਣਾ ਕਰਨ ਵਾਲੇ ਨੂੰ ਹੁਣ ਹੈਵੀ ਫਾਈਨ ਦੇ ਨਾਲ-ਨਾਲ ਸਜ਼ਾ ਵੀ ਭੁਗਤਣੀ ਪਵੇਗੀ। 14 ਜਨਵਰੀ ਨੂੰ ਸੂਬੇ ਦੀ ਸਰਕਾਰ ਵੱਲੋਂ ਸਟੇ ਐਟ ਹੋਮ ਦੇ ਆਰਡਰ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਜੋ ਵੱਧ ਰਹੇ ਕੇਸਾਂ ਤੇ ਲਗਾਮ ਲਗਾਈ ਜਾ ਸਕੇ। ਜੇਕਰ ਕੋਈ ਵੀ ਵਿਅਕਤੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਗਿਆ ਤਾਂ ਉਸ ਨੂੰ $750 ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਆਰਡਰ ਦੇ ਤਹਿਤ ਅਗਰ ਕੋਈ ਵੀ ਵਿਅਕਤੀ ਪਾਰਟੀ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਨੂੰ ਵੀ ਚਾਰਜ ਕੀਤਾ ਜਾਵੇਗਾ। ਯਾਦ ਰਹੇ ਕਿ ਹੁਣ ਆਊਟਡੋਰ ਗੈਦਰਿੰਗ ਦੇ ਵਿੱਚ 5 ਲੋਕ ਹੀ ਇਕੱਠੇ ਹੋ ਸਕਦੇ ਨੇ। ਇਸ ਤੋਂ ਵੱਧ ਦਿਖਣ ਵਾਲੇ ਲੋਕਾਂ ਨੂੰ ਕਾਨੂੰਨ ਦੇ ਤਹਿਤ ਫਾਈਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਰਪੋਰੇਸ਼ਨਾਂ ਨੂੰ $1000 ਜੁਰਮਾਨਾ ਜਾਰੀ ਕੀਤਾ ਜਾ ਸਕਦਾ ਹੈ ਜੋ ਪਾਬੰਦੀਆਂ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣਗੇ। ਦੱਸ ਦਈਏ ਕਿ ਨਿਯਮਾਂ ਨੂੰ ਤੋੜਨ ਵਾਲੇ ਵਿਅਕਤੀਆਂ ਨੂੰ ਸਮਨ ਵੀ ਭੇਜੇ ਜਾ ਸਕਦੇ ਨੇ ਅਤੇ ਨਾਲ ਹੀ $1 ਲੱਖ ਦਾ ਜੁਰਮਾਨਾ ਤੇ 1 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਹੁਣ ਜਿਹੜੇ ਸਟੇ ਐਟ ਹੋਮ ਆਰਡਰ ਦੇ ਦੌਰਾਨ ਪਾਰਟੀ ਦੀ ਮੇਜ਼ਬਾਨੀ ਕਰਦੇ ਫੜੇ ਗਏ ਉਹਨਾਂ ਨੂੰ ਘੱਟੋ ਘੱਟ $10,000 ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਨਿਯਮ ਲੋਕਾਂ ਦੀ ਭਲਾਈ ਵਾਸਤੇ ਬਣਾਏ ਗਏ ਨੇ। ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਇਸ ਵਾਇਰਸ ਤੋਂ ਬਚਾ ਸਕਦੇ ਹੋ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆਖਰੀ ਖਬਰ ਹੈ ਉਹ ਬਰੈਂਪਟਨ ਦੇ ਨਾਲ ਸੰਬੰਧਿਤ ਹੈ। ਸੋ ਆਪਾਂ ਜਾਣਦੇ ਹਾਂ ਕਿ ਬਰੈਂਪਟਨ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਐਸੈਂਸ਼ੀਅਲ ਵਰਕਰਸ ਨੇ। ਪਹਿਲਾਂ ਵੀ ਆਪਾਂ ਬਹੁਤ ਵਾਰ ਪ੍ਰੋਗਰਾਮ ਤੇ ਇਸ ਬਾਰੇ ਗੱਲ ਕੀਤੀ ਹੈ। ਚਾਹੇ ਉਹ ਵੇਅਰ ਹਾਊਸਿਸ 'ਚ ਕੰਮ ਕਰਦੇ ਨੇ, ਚਾਹੇ ਉਹ ਡਿਲੀਵਰੀ ਦਾ ਕੰਮ ਕਰਦੇ ਨੇ, ਚਾਹੇ ਉਹ ਸਾਡੇ ਟਰੱਕ ਡਰਾਈਵਰ ਭੈਣ ਭਰਾ ਨੇ। ਸੋ ਲਗਾਤਾਰ ਉਹ ਕੰਮ 'ਚ ਲੱਗੇ ਹੋਏ ਨੇ। ਚਾਹੇ ਸਟੇ ਐਟ ਹੋਮ ਦੇ ਆਰਡਰ ਨੇ ਪਰ ਉਹਨਾਂ ਲਈ ਜਿਹੜਾ ਹੋਮ ਉਹਨਾਂ ਦਾ ਕੰਮ ਹੀ ਬਣਿਆ ਹੋਇਆ ਹੈ। ਜਦੋਂ ਆਪਾਂ ਦੇਖਦੇ ਹਾਂ ਕਿ ਲੋਕਾਂ ਨੇ ਇਸ ਵੇਲੇ ਜਦੋਂ ਘਰਾਂ ਦੇ ਵਿੱਚ ਰਹਿ ਕੇ ਉਹਨਾਂ ਨੇ ਆਨਲਾਈਨ ਆਰਡਰ ਦੀ ਜਿਹੜਾ ਟ੍ਰੈਂਡ ਉਹ ਜ਼ਿਆਦਾ ਸ਼ੁਰੂ ਹੋ ਚੁੱਕਾ ਹੈ ਔਰ ਮਜਬੂਰੀ ਵੀ ਹੈ ਲੋਕਾਂ ਦੀ, ਕਿਉਂਕਿ ਬਹੁਤ ਸਾਰੇ ਸਟੋਰ ਬੰਦ ਨੇ ਔਰ ਜਦੋਂ ਆਪਾਂ ਕਹਿੰਦੇ ਕਿ ਲੋਕ ਘਰੇ ਰਹੋ ਤੇ ਉਹ ਆਪਣੇ ਆਪ ਹੀ ਆਨਲਾਈਨ ਆਰਡਰ ਕਰਨਗੇ। ਤਾਂ ਉਸ ਕਰਕੇ ਜਿਹੜੇ ਆਨਲਾਈਨ ਆਰਡਰਸ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਔਰ ਉਸ ਨਾਲ ਜਿਹੜੇ ਸੰਬੰਧਿਤ ਵੇਅਰ ਹਾਊਸਿਸ ਨੇ ਜਾਂ ਫੈਸਿਲੀਟੇਸ਼ਨ ਸੈਂਟਰਸ ਨੇ ਉਹ ਇੱਥੇ ਬਰੈਂਪਟਨ ਦੇ ਲਾਗੇ ਛਾਗੇ ਬਹੁਤ ਜ਼ਿਆਦਾ ਨੇ ਔਰ ਜ਼ਿਆਦਾਤਰ ਆਪਣੇ ਬਰੈਂਪਟਨ ਵਾਸੀ ਉਹਨਾਂ ਦੇ ਵਿੱਚ ਕੰਮ ਕਰਦੇ ਨੇ। ਸੋ ਇਹ ਸਟੇ ਐਟ ਹੋਮ ਦੇ ਆਰਡਰ 'ਚ ਜਿੱਥੇ ਕਿ ਉਹ ਲੋਕਾਂ ਨੇ ਘਰਾਂ 'ਚ ਰਹਿਣਾ ਸ਼ੁਰੂ ਕੀਤਾ, ਉੱਥੇ ਇਹਨਾਂ ਦਾ ਅਸੈਂਸ਼ੀਅਲ ਵਰਕਰਸ ਦਾ ਕੰਮ ਹੋਰ ਵੱਧ ਗਿਆ ਹੈ। ਸੋ ਇਸ ਕਰਕੇ ਇਹਨਾਂ ਵੇਅਰ ਹਾਊਸਿਸ ਦੇ ਵਿੱਚ ਜਿੱਥੇ ਇੰਨੀ ਵੱਡੀ ਗਿਣਤੀ 'ਚ ਲੋਕ ਕੰਮ ਕਰਦੇ ਨੇ ਉੱਥੋਂ ਕੇਸਿਸ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸੋ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਵੀ ਇਸ ਬਾਰੇ ਬੜੀ ਚਿੰਤਾ ਜ਼ਾਹਰ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜਿਹੜੇ ਸੈਂਟਰ ਨੇ, ਜਿਹੜੇ ਵੇਅਰ ਹਾਊਸਿਸ ਨੇ, ਉਹ ਕੁਝ ਦੇਰ ਲਈ ਬੰਦ ਕਰ ਦਿੱਤੇ ਜਾਣੇ ਚਾਹੀਦੇ ਨੇ ਤਾਂ ਕਿ ਕੇਸਿਸ ਦੀ ਗਿਣਤੀ ਜਿਹੜੀ ਉਹ ਕੁਝ ਘੱਟ ਹੋਵੇ। ਉਹਨਾਂ ਨੇ ਕਿਹਾ ਜਿੱਥੇ ਬਾਕੀ ਲੋਕਾਂ ਦੀ ਆਪਾਂ ਨੂੰ ਸਿਹਤ ਦੀ ਇੰਨੀ ਫਿਕਰ ਹੈ ਉੱਥੇ ਇਹਨਾਂ ਅਸੈਂਸ਼ੀਅਲ ਵਰਕਰਸ ਦੀ, ਇਹਨਾਂ ਦੇ ਪਰਿਵਾਰਾਂ ਦੀ ਸਿਹਤ ਦੀ ਫਿਕਰ ਹੋਣੀ ਚਾਹੀਦੀ ਹੈ। ਔਰ ਨਾਲ ਉਹਨਾਂ ਨੇ ਇੱਕ ਬੜੀ ਮਹੱਤਵਪੂਰਨ ਗੱਲ ਕਹੀ ਕਿ ਜਿਹੜੇ ਸਿਕ ਡੇਜ਼ ਹੈ ਉਹ ਇਹਨਾਂ ਵਰਕਰਸ ਲਈ ਜ਼ਿਆਦਾ ਹੋਣੇ ਚਾਹੀਦੇ ਨੇ, ਪੇਡ ਸਿਕ ਡੇਜ਼। ਉਹ ਇਸ ਦੀ ਲਗਾਤਾਰ ਵਕਾਲਤ ਕਰਦੇ ਰਹਿੰਦੇ ਨੇ ਔਰ ਇਹ ਚਾਹੀਦਾ ਵੀ ਹੈ ਕਿ ਜਦੋਂ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਉਹਨਾਂ ਅਸੈਂਸ਼ੀਅਲ ਵਰਕਰਸ ਨੂੰ ਕਿ ਉਹ ਲਗਾਤਾਰ ਤੁਹਾਡੇ ਲਈ ਕੰਮ ਕਰਨ, ਉਹ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਡਾਈਨਿੰਗ ਟੇਬਲ ਦੇ ਵਿੱਚ ਫੂਡ ਜਿਹੜਾ ਪਹੁੰਚ ਰਿਹਾ ਹੈ ਉਹ ਇਹਨਾਂ ਦੀ ਮਿਹਨਤ ਕਰਕੇ ਪਹੁੰਚ ਰਿਹਾ, ਉਹਨਾਂ ਟਰੱਕ ਡਰਾਈਵਰ ਭੈਣ ਭਰਾਵਾਂ ਦੀ ਮਿਹਨਤ ਕਰਕੇ ਪਹੁੰਚ ਰਿਹਾ ਹੈ, ਉਹਨਾਂ ਗਰੋਸਰੀ ਵਰਕਰਸ ਜਿਹੜੇ ਉਹਨਾਂ ਸਟੋਰਾਂ ਦੇ ਵਿੱਚ, ਉਹਨਾਂ ਵੇਅਰ ਹਾਊਸਿਸ ਦੇ ਵਿੱਚ ਪੈਕਿੰਗ ਕਰ ਰਹੇ ਨੇ, ਉਹਨਾਂ ਕਰਕੇ ਪਹੁੰਚ ਰਿਹਾ ਹੈ। ਤੇ ਜੇਕਰ ਉਹਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਉਹਨਾਂ ਦੀ ਸਿਹਤ ਦੇ ਵਿੱਚ, ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤੇ ਉਹਨਾਂ ਨੂੰ ਜਿਹੜੇ ਸਿਕ ਡੇਜ਼ ਨੇ ਉਹ ਮਿਲਦੇ ਨਹੀਂ, ਉਹਨਾਂ ਨੂੰ ਘੱਟ ਮਿਲਦੇ ਨੇ ਜਾਂ ਕਈਆਂ ਨੂੰ ਤਾਂ ਬਿਲਕੁਲ ਮਿਲਦੇ ਹੀ ਨਹੀਂ। ਕਈ ਪਾਰਟ ਟਾਈਮ ਵਰਕਰਸ ਨੇ, ਕਈ ਇਸ ਤਰ੍ਹਾਂ ਦੇ ਵਰਕਰਸ ਨੇ ਜਿਹੜੇ ਕਿ ਪਰਮਾਨੈਂਟ ਰੋਲਸ ਤੇ ਨਹੀਂ ਹੁੰਦੇ, ਤਾਂ ਉੱਥੇ ਉਹਨਾਂ ਦੇ ਲਈ ਬੜੀ ਮੁਸ਼ਕਿਲ ਹੁੰਦੀ ਹੈ। ਚੈੱਕ ਟੂ ਚੈੱਕ, ਪੇ ਚੈੱਕ ਟੂ ਪੇ ਚੈੱਕ ਉਹ ਕੰਮ ਕਰਦੇ ਨੇ, ਉਸ ਹਿਸਾਬ ਨਾਲ ਆਪਣਾ ਘਰ ਚਲਾਉਂਦੇ ਨੇ। ਤਾਂ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਛੋਟਾ ਮੋਟਾ ਵੀ ਬਿਮਾਰ ਹੋਏ ਤਾਂ ਸਾਡੇ ਘਰ ਦਾ ਜਿਹੜਾ ਖਰਚਾ ਉਹ ਕੌਣ ਚੱਕੇਗਾ, ਕਿੱਥੋਂ ਆਵੇਗਾ। ਸੋ ਇਸ ਕਰਕੇ ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਜਾਂ ਤਾਂ ਕੋਈ ਸੈਂਟਰ ਜਿੱਥੇ ਗੈਰ ਜ਼ਰੂਰੀ ਸਮਾਨ ਦੀ ਪੈਕਿੰਗ ਹੁੰਦੀ ਹੈ ਉਹਨਾਂ ਨੂੰ ਕੁਝ ਦੇਰ ਲਈ ਬੰਦ ਕੀਤਾ ਜਾਵੇ, ਪਰ ਉਹਨਾਂ ਲੋਕਾਂ ਨੂੰ ਆਰਥਿਕ ਮਦਦ ਜਿਹੜੀ ਉਹ ਲਗਾਤਾਰ ਦਿੱਤੀ ਜਾਵੇ। ਨਾਲ ਦੀ ਨਾਲ ਉਹਨਾਂ ਦੇ ਜਿਹੜੇ ਪੇਡ ਸਿਕ ਡੇਜ਼ ਉਹ ਵਧਾਏ ਜਾਣ ਤਾਂ ਕਿ ਉਹ ਬਿਨਾਂ ਕਿਸੇ ਚਿੰਤਾ ਤੋਂ ਜਿਹੜਾ ਜੇਕਰ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸਿੰਪਟਮ ਹੁੰਦਾ ਹੈ ਤਾਂ ਆਪਣੇ ਘਰ ਰਹਿ ਸਕਣ ਔਰ ਬਾਕੀ ਲੋਕ ਸੇਫ ਰਹਿ ਸਕਣ। ਸੋ ਆਪਾਂ ਆਪਣੀ ਰਿਪੋਰਟ ਦੇ ਵਿੱਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਮੇਅਰ ਪੈਟਰਿਕ ਬਰਾਊਨ ਨੇ ਡਿਮਾਂਡ ਕੀਤੀ ਹੈ। ਉਸ ਤੋਂ ਬਾਅਦ ਆਪਾਂ ਅੱਜ ਦੇ ਮਹਿਮਾਨ ਦੇ ਨਾਲ ਮੁਲਾਕਾਤ ਕਰਾਂਗੇ। ਇੱਕ ਬ੍ਰੇਕ ਲੈ ਕੇ ਅੱਜ ਦੇ ਜਿਹੜੇ ਸਾਡੇ ਪ੍ਰੋਗਰਾਮ ਦੇ ਮਹਿਮਾਨ ਹੋਣਗੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ।
ਜੇਕਰ ਗੱਲ ਕਰੀਏ ਕੋਵਿਡ ਕੇਸਾਂ ਦੀ ਤਾਂ ਸਭ ਤੋਂ ਜ਼ਿਆਦਾ ਕੇਸ ਬਰੈਂਪਟਨ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ, ਜਿਸ ਤੇ ਮੇਅਰ ਪੈਟਰਿਕ ਬਰਾਊਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਭ ਤੋਂ ਜ਼ਿਆਦਾ ਕੋਵਿਡ-19 ਦੇ ਕੇਸ ਬਰੈਂਪਟਨ ਦੇ ਵੇਅਰ ਹਾਊਸ ਅਤੇ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ ਕੰਮ ਕਰਨ ਵਾਲਿਆਂ 'ਚ ਪਾਏ ਜਾ ਰਹੇ ਨੇ। ਉਹਨਾਂ ਨਾਲ ਹੀ ਕਿਹਾ ਕਿ ਕੈਨੇਡਾ ਦੀ ਸਪਲਾਈ ਚੇਨ ਨੂੰ ਮੇਨਟੇਨ ਰੱਖਣ ਲਈ ਬਰੈਂਪਟਨ ਦੇ ਵੇਅਰ ਹਾਊਸਾਂ ਦਾ ਬਹੁਤ ਵੱਡਾ ਹੱਥ ਹੈ ਅਤੇ ਇਹਨਾਂ ਵੇਅਰ ਹਾਊਸਾਂ ਦੇ ਵਿੱਚ ਕੰਮ ਕਰਕੇ ਕਈ ਕਰਮਚਾਰੀ ਆਪਣੀ ਸਿਹਤ ਨੂੰ ਰਿਸਕ ਦੇ ਵਿੱਚ ਪਾ ਰਹੇ ਨੇ ਤਾਂ ਜੋ ਕੈਨੇਡਾ ਦੀ ਸਪਲਾਈ ਚੇਨ ਦੇ ਵਿੱਚ ਰੁਕਾਵਟ ਨਾ ਆ ਸਕੇ। ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਜੇਕਰ ਕੁਝ ਵੇਅਰ ਹਾਊਸ ਅਤੇ ਡਿਸਟ੍ਰੀਬਿਊਸ਼ਨ ਸੈਂਟਰ ਬੰਦ ਕੀਤੇ ਜਾਣ। ਅਗਰ ਅਜਿਹਾ ਹੁੰਦਾ ਹੈ ਤਾਂ ਕੇਸਾਂ ਦੀ ਰਫ਼ਤਾਰ ਨੂੰ ਹੌਲੀ ਕੀਤਾ ਜਾ ਸਕਦਾ ਹੈ। ਨਾਲ ਹੀ ਮੇਅਰ ਨੇ ਕਿਹਾ ਕਿ ਜੇ ਇਹ ਸਹੂਲਤਾਂ ਖੁੱਲੀਆਂ ਰਹਿਣਗੀਆਂ ਤਾਂ ਕਰਮਚਾਰੀਆਂ ਨੂੰ ਪੇਡ ਸਿਕ ਲੀਵ ਮਿਲਣੀ ਚਾਹੀਦੀ ਹੈ ਤਾਂ ਜੋ ਵਾਇਰਸ ਦੇ ਲੱਛਣਾਂ ਸਮੇਤ ਕੰਮ ਤੇ ਨਾ ਆਉਣ, ਜਿਸ ਨਾਲ ਹੋਰ ਖਤਰਾ ਵੱਧ ਜਾਂਦਾ ਹੈ। ਇਸ ਮੁੱਦੇ ਤੇ ਬੋਲਦੇ ਹੋਏ ਪੈਟਰਿਕ ਬਰਾਊਨ ਨੇ ਕਿਹਾ ਕਿ ਅਜਿਹੇ 10% ਲੋਕ ਹਨ ਜਿਨ੍ਹਾਂ ਨੂੰ ਇਹਨਾਂ ਜਗ੍ਹਾਵਾਂ ਤੇ ਪੇਡ ਸਿਕ ਲੀਵ ਦਾ ਲਾਭ ਮਿਲ ਰਿਹਾ ਹੈ, ਪਰ ਕਈ ਅਜਿਹੇ ਵੀ ਹਨ ਜੋ ਪੇ ਚੈੱਕ ਤੇ ਨਿਰਭਰ ਹਨ ਅਤੇ ਬਿਮਾਰ ਹੁੰਦਿਆਂ ਹੋਇਆਂ ਵੀ ਕੰਮ ਤੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਪੇਡ ਸਿਕ ਲੀਵ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਜੇਕਰ ਇਹ ਲੋਕ ਇਹਨਾਂ ਵੇਅਰ ਹਾਊਸਾਂ ਦੇ ਵਿੱਚ ਕੰਮ ਕਰਨ ਨਹੀਂ ਜਾਣਗੇ ਤਾਂ ਕੈਨੇਡਾ ਦੀ ਸਪਲਾਈ ਚੇਨ ਤੇ ਡੂੰਘਾ ਅਸਰ ਪਵੇਗਾ। ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਸਾਨੂੰ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਤੇ ਸਪਲਾਈ ਚੇਨ ਦੇ ਵਿੱਚ ਕੋਈ ਰੁਕਾਵਟ ਨਾ ਆ ਸਕੇ ਤਾਂ ਇਹਨਾਂ ਕਰਮਚਾਰੀਆਂ ਨੂੰ ਪੇਡ ਸਿਕ ਲੀਵ ਦਾ ਲਾਭ ਜ਼ਰੂਰ ਮਿਲਣਾ ਚਾਹੀਦਾ ਹੈ। Well, as you know, I've been a broken record on this since November, pushing for paid sick days for our essential workers. Look where the transmission's happening. Number one source of transmission before the lockdown was industrial settings. The number one source of transmission continues to be industrial settings. And these settings are exempt from the lockdown. And so we have to look at what tools have been successful around the world. And paid sick days has been one of the tools that have made a real difference. There are people living paycheck to paycheck going to work because with symptoms, sick because they can't afford to miss a paycheck. They have to pay their rent. They have to put food on the table. And let me say, this is not just a provincial responsibility. It's a federal responsibility too. And so I've said I want the Prime Minister and the Premier to get